ਸੋ ਸੰਦੂਕ ਨੂੰ ਦੇ ਵਿੱਚ ਇਸਤੇਮਾਲ ਕੀਤੀ ਗਈ ਵਸਤੂਆਂ ਦੇ ਬਾਰੇ ਆਪਾਂ ਦੇਖ ਰਹੇ ਸੀਗੇ ਕਿ ਲੱਕੜ ਆ, ਸੋਨਾ ਵਗੈਰਾ ਹੈ। ਔਰ ਇਹਦੇ ਵਿੱਚ ਆਪਾਂ ਦੇਖਿਆ ਹੈ ਕਿ ਜਿਹੜੇ ਲੱਕੜ ਆ ਫਿਕਰ ਦੀ ਉਹ ਯਿਸੂ ਮਸੀਹ ਦੀ ਪੂਰੇ ਮਨੁੱਖਤਾ ਨੂੰ ਦਿਖਾਉਂਦੀ ਆ, ਔਰ ਜਿਹੜਾ ਸੋਨਾ ਇਸਤੇਮਾਲ ਕੀਤਾ ਗਿਆ ਆ ਉਹ ਪ੍ਰਭੂ ਯਿਸੂ ਮਸੀਹ ਦੇ ਜਿਹੜਾ ਈਸ਼ਵਰੀ ਸੁਭਾਅ ਨੂੰ ਦਿਖਾਉਂਦਾ ਹੈ। यानी कि पूरा यीशु पूरा मनुष्य है और पूरा ईश्वर है। और आज आप देखेंगे शायद की किताब 5:3-2 है। इससे गल इस्तेमाल की वस्तुएं वो विचले भेदां नूं आपां प्रभु को समझते हैं। इशाया 5:3 तो सॉरी 53 माफ़ कर 53 की 2 तो हाँ जी। ਉਹ ਤਾਂ ਕੁੰਭਲ ਵਾਂਗ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਹੱਪਣ ਨਹੀਂ ਭਈ ਅਸੀਂ ਉਹਨੂੰ ਪਸੰਦ ਕਰੀਏ। जो समझो जो जगत विच आया ते किस प्रकार दे इन्होंने अपने आप को पेश किया। स्वर्ग की महिमा छड्ड के आया ना जलाली परमेश्वर। हालेलुया हालेलुया। पर धरती ते किद्दां होया? सुक्की जमीन चो जड़ वांगू की होया? फुट निकलिया। कोई उहदे विच रूप स्वरूप सुहप्पण है नहीं। सो ये गल भी किद्दां है जिद्दां ये लकड़ जिहड़ी आ आपां देखिया ना बंजर जमीन चो निकलदी आ। किकर जिहड़ी आ कित्थे हुंदी आ? बंजर जमीन दे विच। और उसी प्रकार प्रभु यीशु मसीह उसी समान दिखाया गया है कि जिद्दां बंजर जमीन चो लकड़ी निकलदा एक पौधा, उसी प्रकार यीशु मसीह भी इस बंजर जमीन चो निकलिया है रूहानी तौर पर। और अज इन्हूं आपां देखदे हां। सो बंजर जमीन विचों निकली जड़ समान है। सो इसदा मतलब बंजर जमीन चो निकलना है कि जड़ ने ते बड़ा एक कष्ट की गल है ना। नमी ने कुछ नहीं गल नहीं, फिर भी निकल आना। इसी प्रकार प्रभु यीशु मसीह दा जगत विच आउणा होया। यीशु ने भी इसी तरह कष्ट का सामना किया। इत्थे एक तो बंजर जमीन चो निकलता है पौधा है, फिर इनू धुप ठंड हर मौसम का भी की करना पैंदा है, सामना करना पैंदा है। इसी प्रकार यीशु मसीह ने भी हर दुख मुसीबत कष्ट का इत्थे की कीता? सामना किया। सो मन विच जे इस गल नूं रखियो, लकड़ है, लकड़ के बारे आपां किकर दी लकड़ आ उहदे विचों यीशु नूं आपां देख रहे हैं। यीशु कित्थे है? सो नंबर 1 खुश्क जमीन है। सेंटर च लिख लो, सेंटर पॉइंट। ये जी लकड़ पाई गई आ वो कित्थे है भला? उसकी जमीन की है? खुश्क जमीन। अगे आज नंबर 2 कंडे। एक तो एक लकड़ कितों? पहली गल है खुश्क जमीन के विचों। नंबर 2 की आ? कंडे है ना। सो इहदे थल्ले लिख लो, राजा की पहचान मुकुट तो हुंदी है। दुनिया में कोई राजा होवे ना जिन्होंने राजा कहा जाता, उसकी पहचान कितों हुंदी है? मुकुट तो हुंदी, जो अधिकार नूं दिखाउंदा है। मुकुट किस चीज़ नूं दिखाउंदा है? अधिकार नूं। फिर जो राजियां दा राजा है
ਜੋ ਰਾਜਿਆਂ ਦਾ ਰਾਜਾ ਹੈ। ਪਹਿਲੀ ਗੱਲ ਇਹ ਨੰਬਰ 1 ਕਰਕੇ ਲਿਖ ਲਓ। 2 ਦੇ ਵਿੱਚ ਹੈ ਨਾ, 2 ਵਿੱਚ ਕੰਡੇ ਹੈ ਨਾ, ਕੰਡਿਆਂ ਦੇ ਵਿੱਚ ਪਹਿਲਾ ਨੰਬਰ ਲਿਖ ਲਓ। ਗੱਲ ਜਿਹੜੀ ਗੱਲ ਆਪਾਂ ਸਮਝਣੀ, ਪਹਿਲਾਂ ਤਾਂ ਰਾਜੇ ਦੀ ਪਹਿਚਾਣ ਕਿੱਥੋਂ ਹੁੰਦੀ ਆ? ਮੁਕਟ ਤੋਂ, ਜਿਹੜਾ ਅਧਿਕਾਰ ਨੂੰ ਸ਼ੋ ਕਰਦਾ ਹੈ। ਹੁਣ ਦੇਖੋ ਨੰਬਰ 1, ਜੋ ਰਾਜਿਆਂ ਦਾ ਰਾਜਾ ਹੈ ਉਸ ਦੇ ਸਿਰ ਤੇ ਤਾਂ ਹੋਰ ਉੱਤਮ ਮੁਕਟ ਹੋਣਾ ਚਾਹੀਦਾ ਹੈ। ਰਾਜੇ ਦੀ ਜੇਕਰ ਪਹਿਚਾਣ ਮੁਕਟ ਤੋਂ ਹੁੰਦੀ ਹੈ ਤੇ ਯਿਸੂ ਜਿਹੜਾ ਰਾਜਿਆਂ ਦਾ ਰਾਜਾ ਹੈ ਉਹਦੇ ਸਿਰ ਤੇ ਤਾਂ ਹੋਰ ਸੋਹਣਾ ਤਾਜ ਹੋਣਾ ਚਾਹੀਦਾ। ਹਾਂ, ਜੋ ਰਾਜਿਆਂ ਦਾ ਰਾਜਾ ਹੈ ਉਸ ਦੇ ਸਿਰ ਤੇ ਤਾਂ ਹੋਰ ਉੱਤਮ ਮੁਕਟ ਹੋਣਾ ਚਾਹੀਦਾ ਹੈ। ਇਹਦੇ ਵਿੱਚ ਨੰਬਰ 2, ਪਰ ਅਸੀਂ ਉਸ ਨੂੰ ਮਜ਼ਾਕ ਕਰ ਕਰਕੇ ਕੰਡਿਆਂ ਦਾ ਮੁਕਟ ਪਾ ਦਿੱਤਾ। ਕਿਹੜਾ ਤਾਜ ਪਾਇਆ? ਮਨੁੱਖਾਂ ਨੇ ਇਹਨੂੰ ਪਹਿਲਾਂ ਤਾਂ ਦਾੜੀ ਪੁੱਟੀ, ਮੂੰਹ ਤੇ ਥੁੱਕਿਆ, ਗੰਦ ਬੋਲਿਆ, ਮਜ਼ਾਕ ਉਡਾਇਆ, ਹਨਾ, ਥੱਪੜ ਮਾਰਿਆ, ਪੁੱਛਿਆ ਕਿਹਨੇ ਥੱਪੜ ਮਾਰਿਆ, ਭੁਸ਼ਵਾਣੀ ਕਰ, ਫਲਾਨਾ ਫਲਾਨਾ ਫਲਾਨਾ। ਔਰ ਉਸ ਤੋਂ ਬਾਅਦ ਇਹ ਮਜ਼ਾਕ ਕਰਦੇ ਕਰਦੇ ਕੀ ਰੱਖਤਾ? ਕੰਡਿਆਂ ਦਾ ਤਾਜ। ਹੋਣਾ ਕਿਹੜਾ ਚਾਹੀਦਾ? ਧਰਤੀ ਦੇ ਸਾਰੇ ਰਾਜਿਆਂ ਤੋਂ ਉੱਤਮ ਮੁਕਟ ਉਹਦੇ ਕੋਲ ਹੋਣਾ ਚਾਹੀਦਾ ਸੀ। ਪਰ ਧਰਤੀ ਦਿਆਂ ਨੇ ਉਹਨੂੰ ਕਿਹੜਾ ਮੁਕਟ ਦਿੱਤਾ? ਹਨਾ, ਧਰਤੀ ਦੇ ਰਾਜਿਆਂ ਨੂੰ ਕਿੱਦਾਂ ਦੇਖੋ ਸਨਮਾਨਿਤ ਕਰਦੇ ਆ, ਕੀ ਹਿਸਾਬ ਕਿਤਾਬ ਹੁੰਦਾ। ਤਾਜਪੋਸ਼ੀ ਉਹਨੂੰ ਕਿਹਾ ਜਾਂਦਾ, ਤਾਜਪੋਸ਼ੀ ਕਰਨਾ ਹੈ ਨਾ। ਇੱਕ ਅਰੇਂਜ ਕੀਤਾ ਜਾਂਦਾ, ਉਹ ਜਿਹੜੇ ਆ ਸ਼ਾਹੀ ਖਾਣੇ ਲਗਾਏ ਜਾਂਦੇ ਆ, VIP ਲੋਕਾਂ ਨੂੰ ਸੱਦਿਆ ਜਾਂਦਾ ਹੈ ਨਾ। ਹਾਲੇਲੂਇਆ। ਔਰ ਪਤਵੰਤੀ ਜਿਹੜੇ ਗਾਂ ਅੱਗੇਲੇ ਛੋਟੇ ਅਹੁਦਿਆਂ ਵਾਲੇ ਆ ਸਾਰਿਆਂ ਨੂੰ ਕੀ ਕੀਤਾ ਜਾਂਦਾ ਆ? ਸੱਦਿਆ ਜਾਂਦਾ ਹੈ। ਔਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਇੱਕ ਸਮਾਰੋਹ ਕੀਤਾ ਜਾਂਦਾ ਹੈ ਜਿਹਨੂੰ ਕਿਹਾ ਜਾਂਦਾ ਹੈ ਤਾਜਪੋਸ਼ੀ, ਹੈ ਨਾ। ਸੋ ਇਹਦੇ ਲਈ ਕੋਈ ਸਮਾਰੋਹ ਹੋਇਆ? ਕੋਈ ਸਮਾਰੋਹ ਨਹੀਂ ਹੋਇਆ। ਉੱਥੇ ਹੀ ਜਿੱਥੇ ਉਹਦੇ ਫੜਿਆ ਗਿਆ ਆ ਉੱਥੋਂ ਹੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰ ਅਸੀਂ ਉਸ ਨੂੰ ਮਜ਼ਾਕ ਕਰ ਕਰਕੇ ਕੰਡਿਆਂ ਦਾ ਤਾਜ ਮੁਕਟ ਪਾਇਆ। ਕੋੜੇ ਮਾਰਨਾ, ਦਾੜੀ ਪੱਟਣਾ, ਮੂੰਹ ਤੇ ਥੁੱਕਣਾ ਤੇ ਫਿਰ ਕੰਡਿਆਂ ਦਾ ਮੁਕਟ ਪਾਇਆ। ਮੰਨ ਲਓ ਇੱਕ ਮੈਟ ਵਿਛਾਇਆ ਜਾਂਦਾ ਹੈ ਨਾ, ਆਜੂ ਬਾਜੂ ਸਨਮਾਨ ਕਰਨ ਲਈ ਫੁੱਲ ਵਗੈਰਾ ਸਿੱਟੇ ਜਾਂਦੇ ਹੈ ਨਾ। ਜੋ ਵੀ ਉਸ ਤਖਤ ਤੱਕ ਬਿਠਾਉਣ ਲਈ ਗਤੀਵਿਧੀ ਕੀਤੀ ਜਾਂਦੀ ਆ, ਹੈ ਨਾ। ਉਹ ਕੋਈ ਵੀ ਨਹੀਂ, ਉਲਟਾ ਹੋਇਆ ਕੀ ਆ? ਕੋੜੇ ਮਾਰੇ ਗਏ ਆ, ਦਾੜੀ ਪੁੱਟੀ ਗਈ ਆ, ਮੂੰਹ ਤੇ ਥੁੱਕਿਆ ਗਿਆ ਆ, ਫਿਰ ਕੰਡਿਆਂ ਤੇ ਮੁਕਟ ਪਾਇਆ ਤਾਂ ਕਿ ਸਾਡੇ ਲਈ ਦਵਾਈ ਨਿਕਲੀ। ਉਹਨਾਂ ਤੋਂ ਪਤਾ ਨਹੀਂ ਨਿਆਣੇ ਵਿੱਚ ਕੀ ਕਰ ਰਹੇ ਨਾ, ਸੂਲਾਂ ਠੋਕ ਦਿੱਤੀਆਂ ਜਦੋਂ ਕੰਡੇ ਇੱਕਦਮ ਗੁੰਦ ਕੇ ਨਾ ਠੋਕਿਆ ਸੀਗਾ ਤੇ ਉਹ 'ਚ ਜਿਹੜੀਆਂ ਸੂਲਾਂ ਸੀਗੀਆਂ ਉਹ ਕਿੱਥੇ ਠੋਕ ਗਈਆਂ ਸੀ? ਉਹਦੇ ਸਿਰ ਦੇ ਵਿੱਚ। ਜਿੱਥੇ ਨਹੀਂ ਸੀ ਉਹਨਾਂ ਡੰਡੇ ਨਾਲ ਕੀ ਕੀਤਾ? ਉਹਨੂੰ ਠੋਕ ਦਿੱਤਾ ਸਾਰੇ ਪਾਸੇ। ਹਾਲੇਲੂਇਆ। ਸੋ ਇਹ ਲੱਕੜ ਛੱਡਦੀ ਕੀ ਆ ਭਲਾ? ਹਾਂ, ਇੱਥੇ ਆਪਾਂ ਯਿਸੂ ਮਸੀਹ ਨੂੰ ਜਦੋਂ ਦੇਖਦੇ ਇਸ ਲੱਕੜ ਦੇ ਵਿੱਚ ਨਾ, ਅਸੀਂ ਜਦੋਂ ਆਪਣਾ ਹਿਸਾਬ ਦਾ ਵੇਖਦੇ ਹਾਂ ਇਹ 'ਚ ਵਾਲ ਛਾਲਿਆ, ਕੰਡਿਆਲੀ ਆ। ਪਰ ਜਦੋਂ ਅਸੀਂ ਯਿਸੂ ਨੂੰ ਦੇਖਦੇ ਇਸ ਲੱਕੜ ਦੇ ਵਿੱਚ ਤੇ ਉਹ ਕੀ ਦਿਸਦਾ? ਹਨਾ, ਉਹਦੇ ਵਿੱਚ ਕੀ ਆ ਭਲਾ? ਗੂੰਦ ਆ। ਸਾਡੇ ਕੋਲ ਕੰਡੇ ਆ ਦੂਸਰੇ ਨੂੰ ਚੁਭਾਉਣ ਦੇ ਲਈ, ਉਹਦੇ ਕੋਲ ਗੂੰਦ ਆ। ਜੇਕਰ ਚੁਭੋਗੇ ਤੇ ਗੂੰਦ ਨਿਕਲੂਗੀ। ਹਾਲੇਲੂਇਆ। ਹਨਾ, ਚਲੋ ਕੋਈ ਗੱਲ ਨਹੀਂ, ਸਮਝ ਆ ਜਾਊਗਾ ਹੌਲੀ ਹੌਲੀ। ਇੱਥੇ ਸੁਣ ਲਿਓ ਦੁਬਾਰਾ ਰਿਪੀਟ। ਹਾਂ, ਸਾਡੇ ਤਾਜ ਪਾਇਆ ਤਾਂ ਕਿ ਸਾਡੇ ਲਈ ਕੀ ਨਿਕਲੇ ਭਲਾ? ਦਵਾਈ ਨਿਕਲੇ। ਅਸਲ ਵਿੱਚ ਉਹ ਗੂੰਦ ਕੀ ਆ? ਉੱਥੇ ਗੂੰਦ ਵੀ ਕਾਹਦੇ ਲਈ ਇਸਤੇਮਾਲ ਕੀਤੀ ਜਾਂਦੀ ਆ? ਦਵਾਈ ਲਈ। ਇੱਥੇ ਯਿਸੂ ਦਾ ਲਹੂ ਕਾਹਦੇ ਲਈ ਆ? ਸ਼ਿਫਾ ਦੇ ਲਈ ਹੈ ਨਾ। बार बार बहा लहू यीशु का मेरी शिफा है ना। हालेलुया। उत्थे उस खुदा दे दास ने उन्होंने कहते हैं वर्शिपर। अजकल तो पता नहीं की है ना, जो गाया नशमल ने गीत सारे पासे जिथे जिथे लहू निकलिया बारी
दसिया भी इत्थों निकलदे ना की होया ते इत्थों निकलदे ना की होया। पसली चों, सिर चों, है ना, पैरां चों, हत्थां चों जिद्दां जिद्दां निकलिया ते ओह की कुछ उहने कीता है ना। हालेलुया। मतलब हर चीज जिथों तुसीं ओहदा लहू कड्डोगे तुहाडे उसे हिस्से नूं की करूगी, सैट करूगी। हालेलुया। है ना, जे उस गूंद विच क्वालिटी आ शरीरक तौर ते ठीक करन दी ते इहदे च लहू दे विच क्वालिटी की है, शरीरक तौर ते भी और आत्मिक तौर ते भी। हालेलुया। थोड़ा बहुत समझ आ रहा है? वैसे विषय गहरा ही है पर मैं तुहानूं कोशिश कर रहा हां क्योंकि मैं जदों सिक्ख्या मैं तो समझ आ गया सीगा। हुण तुहानूं समझ आ जाए या ना मैं कह रहा। चलो आ जाओ। ठीक है जी। ताकि दवाई निकले इसलिए परमेश्वर ने ये सब कुछ होण दिता। कोई मनुख परमेश्वर दे नाल लड़ सकदा? हालेलुया। कोई परमेश्वर नूं परेशान कर सकदा? ये तो प्यार ही से उन्हें हो लैण दिता। हुण साडा रैक्सी कदी कदी मेरे थप्पड़ मारदा हुंदा, बड़ा भारा हत्थ है उहदा। उन्हें कहा जे किसी ने खाना होवे दस्सिओ ते ओह तो करंट जिहा कढ दिंदा आ, फिर ओहदे विचारे ते मारना थोड़ी, असीं तो वड्डे आ। ਇਹਦੇ तो ਪੈਂਦੀ है ना, ਉਹ ਇਹ ਲਾਊਗੀ ਜਦੋਂ ਗੱਲ ਕਰੂ। ਸੋ ਕਹਿਣ ਦਾ ਮਤਲਬ ਆ ਉਹ ਹੁਣ ਅਸੀਂ ਤਾਂ ਸਿਆਣੇ ਆ, ਇਸ ਕਰਕੇ ਕੋਈ ਕਹਿੰਦਾ ਬੱਚਾ ਆ ਨਾ, ਕਦੀ ਮੋਢਿਆਂ ਤੇ ਚੜ ਕੇ ਛੱਤ ਨੂੰ ਹੱਥ ਪਾ ਲੂਗਾ ਜਦੋਂ ਮੈਂ ਬੈਠ ਬਿਠਾਉਣਾ, ਛੱਤ ਨੀਵੀਂ ਨਾ ਉਤਰਾਉਣਾ। ਹਾਂ ਦੜਾਮ ਕਰਕੇ ਛੱਤ ਤੇ ਕਈ ਵਾਰ ਉੱਦਾਂ ਖੜਾ ਹੋ ਜਾਊਗਾ ਇੱਦਾਂ ਤੇ ਉਹ ਸਾਰੇ ਡਰਨਗੇ, ਉਹ ਡਿੱਗ ਜਾਣਾ, ਉਹ ਡਿੱਗ ਜਾਣਾ, ਉਹਨੂੰ ਕੋਈ ਪਰਵਾਹ ਨਹੀਂ। ਹਾਲੇਲੂਇਆ, ਹਾਲੇਲੂਇਆ। ਉੱਥੇ ਬਾਪ ਕੀ ਕਰ ਰਿਹਾ ਹੈ? ਦੇਖ ਰਿਹਾ ਆ ਇਹ ਮੇਰੇ ਪੁੱਤਰ ਨੂੰ ਤੰਗ ਕਰਨਗੇ, ਜਲੀਲ ਕਰਨਗੇ ਤੇ ਜਲਾਲਤ ਤੋਂ ਆਜ਼ਾਦੀ ਪਾਉਣਗੇ, ਤੰਗੀ ਤੋਂ ਆਜ਼ਾਦੀ ਪਾਉਣਗੇ। ਇਹ ਮੇਰੇ ਪੁੱਤਰ ਨੂੰ ਮਾਰਨਗੇ ਤੇ ਜ਼ਿੰਦਗੀ ਪਾਉਣਗੇ। ਪਿਤਾ ਉੱਤੇ ਕੀ ਆ? ਚੁੱਪ। ਹਾਲੇਲੂਇਆ, ਹਾਲੇਲੂਇਆ। ਜਾਣੇ ਵਿੱਚ ਹੀ ਉਹਨਾਂ ਦੇ ਲਈ ਕੀ ਹੋ ਰਿਹਾ? ਭਲਾ ਉਪਾਅ ਹੋ ਰਿਹਾ। ਔਰ ਜਦੋਂ ਉਪਾਅ ਹੋ ਰਿਹਾ ਹੈ ਤੇ ਡਾਢਾ ਔਖਾ ਹੀ ਆ। ਹੁਣ ਇੰਨਾ ਮਾਰ ਮੂਰ ਮਾਰੀ ਜਾਵੇ ਕਿਉਂਕਿ ਮਨੁੱਖ ਦਾ ਰੂਪ ਧਾਰਿਆ ਨਾ, ਤੇ ਜੇ ਮਨੁੱਖ ਦਾ ਰੂਪ ਧਾਰਿਆ ਤੇ ਮਨੁੱਖ ਦੇ ਦਰਦ ਨੂੰ ਵੀ ਜਾਣਿਆ ਹੈ। ਉਹਦੇ ਥੋੜੀ ਮਨੁੱਖ ਦਾ ਰੂਪ ਧਾਰ ਕੇ ਜਲਾਲੀ ਬਣਿਆ ਰਿਹਾ ਨਾ, ਨੋਰਮਲੀ ਚੱਲਿਆ। ਇੱਕ ਤਾਂ ਦੇ ਪਤਰਸ ਉਹਨਾਂ ਨੂੰ ਆਪਣਾ ਜਲਾਲੀ ਰੂਪ ਦਿਖਾਇਆ, ਸਿਰਫ ਪਤਰਸ ਉਹਨਾਂ ਨੂੰ, ਉਹ ਵੀ ਕਿਸੇ ਭੇਤ ਨੂੰ ਪ੍ਰਗਟ ਕਰਨ ਦੇ ਵਾਸਤੇ, ਪਰ ਉਸ ਤੋਂ ਬਾਅਦ ਫਿਰ ਨੋਰਮਲ ਸਥਿਤੀ ਵਿੱਚ ਉਹ ਰਿਹਾ। ਹਾਲੇਲੂਇਆ। ਸੋ ਉਹਨੂੰ ਭੁੱਖ ਲੱਗਦੀ ਸੀ, ਉਹਨੂੰ ਪਿਆਸ ਲੱਗਦੀ ਸੀ, ਉਹਨੂੰ ਨੀਂਦ ਵੀ ਆਉਂਦੀ ਸੀ। ਹਾਲੇਲੂਇਆ। ਉਹ ਦੁਖੀ ਵੀ ਹੁੰਦਾ ਸੀ, ਉਹਨੂੰ ਆਂਸੂ ਵੀ ਉਹਦੇ ਨਿਕਲਦੇ ਸੀ। ਜੋ ਜੋ ਸਾਡੇ ਵਿੱਚ ਪਾਇਆ ਜਾਂਦਾ ਉਹ ਸਾਰਾ ਕੁਝ ਉਹਦੇ ਚ ਪਾਇਆ ਜਾਂਦਾ। ਅਸੀਂ ਪਾਪ ਨੂੰ ਆਪਣੇ ਉੱਤੇ ਕਾਬਜ ਹੋ ਲੈਣ ਦਿੱਤਾ, ਆਪਣੇ ਤੇ ਪ੍ਰਭਾਵੀ ਹੋ ਲੈਣ ਦਿੱਤਾ। ਉਹਨੇ ਪਾਪ ਉਹਦੇ ਤੇ ਆਇਆ ਜ਼ਰੂਰ, ਲੇਕਿਨ ਉਹਨੂੰ ਆਪਣੇ ਉੱਤੇ ਹਾਵੀ ਹੋਣ ਦਿੱਤਾ ਨਹੀਂ। ਉਹਨੂੰ ਚੱਕ ਕੇ ਉਸ ਥਾਂ ਤੇ ਸਿੱਟ ਕੇ ਆਇਆ ਜਿੱਥੇ ਉਹਦੀ ਜਗ੍ਹਾ ਸੀ। ਹਾਲੇਲੂਇਆ, ਹਾਲੇਲੂਇਆ। ਸਾਡੇ ਤੇ ਪਾਪ ਆਉਂਦਾ ਹੈ ਤੇ ਜਿੱਥੇ ਉਹਦੀ ਜਗ੍ਹਾ ਸਾਨੂੰ ਉੱਥੇ ਲੈ ਜਾਂਦਾ ਆ, ਇੱਥੇ ਆਨੰਦ ਮਾਣੋ। ਪਰ ਯਿਸੂ ਨੂੰ ਕਿੱਥੇ ਲੈ ਕੇ ਗਿਆ? ਜਿੱਥੇ ਉਹਦਾ ਡੰਗ ਕੀ ਕਰਨਾ ਸੀਗਾ? ਖਤਮ ਕਰਨਾ। ਅਸੀਂ ਤਾਂ ਲੈ ਜਾਂਦੇ, ਸਾਨੂੰ ਪਾਪ ਲੈ ਜਾਂਦਾ ਡੰਗ ਮਾਰਨ ਦੇ ਲਈ। ਯਿਸੂ ਕੀ ਲੈ ਕੇ ਗਿਆ? ਡੰਗ ਕੱਢਣ ਦੇ ਲਈ, ਖਤਮ ਕਰ ਦੇਣ ਦੇ ਲਈ। ਹਾਲੇਲੂਇਆ। ਸੋ ਆ ਜਾਓ। ਇਸ ਲਈ ਪਰਮੇਸ਼ਰ ਨੇ ਇਹ ਸਭ ਕੁਝ ਹੋਣ ਦਿੱਤਾ। ਸਿਰ ਵਿੱਚ ਲਹੂ ਨਹੀਂ, ਸਿਰ ਵਿੱਚੋਂ ਲਹੂ ਨਹੀਂ ਨਿਕਲਦਾ ਤਾਂ ਸਾਡੇ ਸਿਰ ਦੀ ਸੋਚ ਠੀਕ ਨਹੀਂ ਹੋ ਸਕਦੀ ਸੀ। ਅਗਰ ਯਿਸੂ ਦੇ ਸਿਰ ਵਿੱਚੋਂ ਲਹੂ ਨਾ ਨਿਕਲਦਾ ਤੇ ਸਾਡੇ ਸਿਰ ਦੀ ਸੋਚ, ਕਿਉਂਕਿ ਸਿਰ ਵਿੱਚ ਸਾਡੇ ਕੀ ਪਿਆ ਹੈ? ਦਿਮਾਗ। ਹਾਲੇਲੂਇਆ। ਦਿਮਾਗ ਮੇਨ ਮਾਈਂਡ ਹੈ ਨਾ, ਉਹ ਪਿਆ ਆ ਤੇ ਉਹਦੇ ਵਿੱਚੋਂ ਕੀ ਹੋਇਆ ਆ? ਉਹਦੇ ਤੇ ਦੁੱਖ ਪਹੁੰਚਿਆ ਆ ਤੇ ਮੇਰੇ ਦੁੱਖ ਨੂੰ ਕੀ ਕੀਤਾ ਗਿਆ ਆ? ਦੂਰ ਕੀਤਾ ਗਿਆ। ਮੇਰੀਆਂ ਸੋਚਾਂ ਨੂੰ ਪਵਿੱਤਰ ਕੀਤਾ ਗਿਆ। ਹਾਲੇਲੂਇਆ। ਅੱਗੇ ਆ ਜਾਓ। ਅੱਜ
ਅੱਜ 6 ਹਿੱਸੇ ਵਿੱਚੋਂ ਨਿਕਲਿਆ ਲਹੂ ਪ੍ਰਚਾਰ ਕੀਤਾ ਜਾਂਦਾ ਹੈ। ਪ੍ਰਚਾਰ ਕਿਹੜੇ ਹਿੱਸੇ ਦਾ ਕੀਤਾ ਜਾਂਦਾ ਬਈ? 6 ਹਿੱਸੇ ਆ। 6 ਹਿੱਸੇ ਵਿੱਚ ਲਹੂ ਦੇ ਵਿੱਚ ਜੋ ਕਰਾਮਾਤਾਂ ਆ ਉਹਦਾ ਹੀ ਪ੍ਰਚਾਰ ਕੀਤਾ ਜਾ ਰਿਹਾ। ਹਾਲੇਲੂਇਆ। ਪਰ 7ਵੇਂ ਹਿੱਸੇ ਵਿੱਚ ਜੋ ਸਿਰ ਵਾਲਾ ਲਹੂ ਹੈ ਉਹ ਪ੍ਰਚਾਰ ਨਹੀਂ ਕੀਤਾ ਜਾਂਦਾ, ਕਿਉਂਕਿ ਜੋ ਪ੍ਰਚਾਰ ਹੋਊਗਾ ਉਹ ਹੀ ਮੇਰਾ ਜੀਵਨ ਬਣਨਾ। ਜੋ ਮੈਂ ਪ੍ਰਚਾਰ ਸੁਣੂਗਾ ਉਦਾਂ ਦਾ ਮੈਂ ਬਣਨਾ, ਉਦਾਂ ਦਾ ਮੇਰੇ ਤੇ ਇਫੈਕਟ ਆਉਣਾ ਹੈ ਜਿੱਦਾਂ ਦਾ ਵੀ ਮੈਂ ਸੁਣੂਗਾ। ਹਾਲੇਲੂਇਆ। ਇਸ ਲਈ ਪ੍ਰਚਾਰਕ ਦੀ ਹਮੇਸ਼ਾ ਇਹ ਹੁੰਦੀ ਕੋਸ਼ਿਸ਼ ਕਿ ਉਹਦਾ ਪ੍ਰਚਾਰ ਜਿਹੜਾ ਨਾ ਅਗਲੇ ਦੇ ਮਨ ਨੂੰ ਕੀ ਕਰੇ, ਭਲਾ ਛੂ ਜਾਏ। ਉਹ ਚਾਹੇ ਪ੍ਰਚਾਰ ਧਾਰਮਿਕ ਹੋਵੇ ਤੇ ਚਾਹੇ ਪ੍ਰਚਾਰ ਦੁਨਿਆਵੀ ਹੋਵੇ, ਚਾਹੇ ਉਹ ਪ੍ਰਚਾਰ ਕਿਸੇ ਐਡ ਦਾ ਹੋਵੇ, ਕੋਈ ਮਸ਼ਹੂਰੀ ਹੋਵੇ, ਕੁਝ ਵੀ ਹੋਵੇ, ਚਾਹੇ ਪਰਮੇਸ਼ਰ ਦੀ ਬਾਣੀ ਦਾ। ਸੋ ਹਰੇਕ ਨੂੰ ਜਿਹਨੂੰ ਵੀ ਇਹ ਮਿਲਦਾ ਆ ਉਹ ਆਪਣੇ ਵੱਲੋਂ 100% ਹੀ ਦੇਣ ਦੀ ਕੋਸ਼ਿਸ਼ ਕਰਦਾ। ਹਾਲੇਲੂਇਆ। ਤੇ ਜੇਕਰ ਕਿਤੇ ਇਹ 7ਵੇਂ ਹਿੱਸੇ ਦਾ ਵੀ ਪ੍ਰਚਾਰ ਹੋਵੇ ਤੇ ਫਿਰ ਸਾਡਾ ਆਪਣੇ ਆਪ ਹੀ ਸਿਸਟਮ ਸੈੱਟ ਹੋਵੇ, ਕਿਉਂਕਿ 7ਵੇਂ ਹਿੱਸੇ ਵਿੱਚ ਹੀ ਤਾਂ ਸਿਰ ਆ ਨਾ, ਤੇ ਸਿਰ ਹੀ ਤਾਂ ਸਾਡਾ ਮਸੀਹ ਆ ਨਾ। ਹਾਲੇਲੂਇਆ। ਤੇ ਮਸੀਹ ਦਾ ਸਿਰ ਦਾ ਹਿੱਸੇ ਦੇ ਫੰਕਸ਼ਨ ਜਦੋਂ ਸਾਡੇ ਸਿਰ 'ਚ ਸੈੱਟ ਕੀਤੇ ਜਾਣਗੇ ਤੇ ਫਿਰ ਹੀ ਸਾਡੇ ਸਿਰ ਦੇ ਵਿੱਚੋਂ ਦੀ ਉਹ ਕਿਰਿਆ ਸ਼ੁਰੂ ਹੋਊਗੀ ਜਿਹੜੀ ਖੁਦਾ ਚਾਹੁੰਦਾ। ਹਾਲੇਲੂਇਆ। ਹਾਂਜੀ। ਪਰ 7ਵੇਂ ਹਿੱਸੇ ਵਿੱਚ ਜੋ ਸਿਰ ਵਾਲਾ ਲਹੂ ਹੈ ਉਹ ਪ੍ਰਚਾਰ ਨਹੀਂ ਹੈ, ਜਿਸ ਵਿੱਚ ਪ੍ਰਾਣ ਆਤਮਾ ਦਾ ਸ਼ੁੱਧੀਕਰਨ ਹੋਣਾ ਹੈ। ਸਿਰ ਵਿੱਚ ਹੈ ਨਾ ਵਿਵੇਕ। ਕਿੱਥੇ ਸਾਡਾ ਵਿਵੇਕ? ਕਿੱਥੇ ਬਣਾ? ਸਿਰ ਦੇ ਵਿੱਚ ਹੀ ਹੈ ਸਭ ਕੁਝ। ਆਤਮਿਕ ਜਿਹੜੇ ਮੁਕਾਮ ਆ ਉਹ ਕਿੱਥੇ ਆ? ਸਿਰ ਦੇ ਵਿੱਚ ਹੀ ਆ। ਹਾਲੇਲੂਇਆ। ਸੋ ਆਤਮਾ ਇੱਥੇ ਕੁਝ ਤਗਾਇਆ ਹੋਇਆ, ਕੁਝ ਨਾ ਕੁਝ ਸਾੜਿਆ ਪਿਆ, ਕੁਝ ਉੱਤੇ ਰੱਖਿਆ ਤਾਂ ਨਹੀਂ ਹੋਇਆ ਸਬਜ਼ੀ ਸੜਨ ਲਈ। ਥੋੜੀ ਬਹੁਤੀ ਦੇਖੋ ਛੋਟੀ ਅੱਗ 'ਚ ਨਾ ਹੋਵੇ, ਕਿਉਂਕਿ ਲਗਾਤਾਰ ਆਪਣੇ ਘਰ ਦੀ ਹੋਣੀ ਸਮੈਲ ਤੇ ਹੋਰ ਕਿਸੇ ਦੀ ਹੋਣੀ। ਕਿਤੇ ਅਚਾਨਕ ਹੀ ਇਦਾਂ ਸੁੱਤੀ ਲੱਗੀ ਹੋਵੇ ਕੁਛ ਹੁੰਦਾ। ਹਾਂਜੀ ਆ ਜਾਓ ਜੀ ਅੱਗੇ। ਤੀਸਰੀ ਗੱਲ ਆ ਜਾਓ। ਇਹ ਕਲੀਅਰ ਹੋ ਗਿਆ ਜੀ। ਲੱਕੜੀ ਦੇ ਵਿੱਚ ਪਹਿਲੀ ਗੱਲ ਤਾਂ ਖੁਸ਼ਕ ਜ਼ਮੀਨ 'ਚ ਆ। ਕਿੱਥੋਂ ਗਲੀ ਆ? ਖੁਸ਼ਕ ਜ਼ਮੀਨ ਤੋਂ। ਯਿਸੂ ਨੂੰ ਆਪਾਂ ਦੇਖ ਰਹੇ ਜਦੋਂ, ਹਨਾ। ਔਰ ਦੂਸਰਾ ਕੀ ਇਹਦੇ ਵਿੱਚ ਕੀ ਆ ਭਲਾ? ਕੰਡੇ ਆ। ਇਹਦੇ ਵਿੱਚ ਕੀ ਆ? ਕੰਡੇ ਆ। ਤੇ ਯਿਸੂ 'ਚ ਵੀ ਕੰਡੇ ਆਏ ਨਾ, ਉਹਦੇ ਵਿੱਚੋਂ ਨਹੀਂ ਕੰਡੇ ਨਿਕਲੇ, ਉਹਦੇ ਵਿੱਚ ਖੋਬੇ ਗਏ। ਹਾਲੇਲੂਇਆ। ਔਰ ਖੋਬਣ ਦੇ ਨਾਲ ਕੀ ਹੋ ਗਿਆ? ਸਾਨੂੰ ਮਿਲ ਗਈ ਸ਼ਿਫਾ। ਹਾਲੇਲੂਇਆ। ਹਾਲੇਲੂਇਆ। ਆ ਜਾਓ ਹੁਣ ਤੀਸਰੀ ਗੱਲ। ਕਿੱਕਰ ਦੀ ਲੱਕੜੀ ਸੜਦੀ ਨਹੀਂ, ਗਲਦੀ ਜਾਂ ਸੜਦੀ ਨਹੀਂ। ਸੜਨਾ ਮਤਲਬ ਗਲ ਤੋਂ। ਕਿੱਕਰ ਦੀ ਲੱਕੜੀ ਜਿਹੜੀ ਆ ਉਹ ਕੀ ਨਹੀਂ ਕਰਦੀ? ਕੀ ਆ ਆਸੇ ਪਾਸੇ ਮਾਹੌਲ? ਕੁਛ ਵੀ ਨਹੀਂ ਉੱਤੇ ਧੂਏ ਦਾ ਵੀ ਸ਼ੇਪ ਹੋ ਗਿਆ ਕੋਈ? ਕੁਛ ਵੀ ਨਹੀਂ ਹੈਗਾ ਗਲੇ ਨੂੰ ਕੀਤਾ ਕੁਝ ਤੋਂ ਆਇਆ। ਠੀਕ ਹੈ, ਕੋਈ ਸਮੱਸਿਆ ਨਹੀਂ। ਹੋਰ ਕਿੱਕਰ ਦੀ ਲੱਕੜੀ ਨੇ ਕੀ ਨਹੀਂ ਕਰਦੀ ਬਈ? ਸੜਦੀ ਨਹੀਂ। ਆ ਜਾਓ ਫਿਰ ਦੇਖ ਲੈਂਦੇ ਆ। ਪਹਿਲਾ ਤਿਮੋਥੇਉਸ 2:5 ਹੈ। ਕਿਉਂ ਜੋ ਪਰਮੇਸ਼ਰ ਇੱਕੋ ਹੈ ਔਰ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ। ਹਾਂ, ਜੋ ਆਪ ਮਨੁੱਖ ਹੈ। ਲਿਖੋ, ਜੋ ਆਪ ਮਨੁੱਖਾਂ ਵਿੱਚ ਵਿਚੋਲਾ ਆ, ਜਿਹੜਾ ਆਪ ਮਨੁੱਖ ਹੈ। ਅੱਗੇ ਕੌਮਾ ਚ ਲਿਖ ਲੋ, ਸੰਪੂਰਨ ਮਨੁੱਖ ਮਸੀਹ। ਜਿਹੜਾ ਆਪ ਮਨੁੱਖ ਆ ਉਹ ਕਿਹੜਾ ਮਨੁੱਖ ਆ? ਸੰਪੂਰਨ ਮਨੁੱਖ। ਤੇ ਕੀ ਆ ਉਹ? ਮਸੀਹ ਆ।
है पढ़ो फिर दोबारा तुहानू समझाऊगी। क्यों जो परमेश्वर इको है इको है, और परमेश्वर अते मनुखा विच इको विचोला है। परमेश्वर ते मनुखा विच किन्ने विचोले बई? इको। इको विचोला। हाँ, जेड़ा आप मनुख है आप भी किया भला मनुख आ। ਇਹਦਾ ਮਤਲਬ ਮਨੁੱਖ ਦਾ ਪਰਮੇਸ਼ਰ ਦੇ ਨਾਲ ਮੇਲ ਕਰਾਉਣ ਲਈ ਇੱਕ ਮਨੁੱਖ ਚਾਹੀਦਾ ਸੀ। ਕੀ ਚਾਹੀਦਾ ਸੀਗਾ? ਮਨੁੱਖ ਚਾਹੀਦਾ ਸੀ ਤਾਂ ਕਿ ਉਹ ਮਨੁੱਖ ਪਹਿਲਾਂ ਮੇਰੀ ਕੰਡੀਸ਼ਨ ਨੂੰ ਸਾਰੀ ਨੂੰ ਸਮਝਵੇ ਤੇ ਉਧਰੋਂ ਉਹ ਪਰਮੇਸ਼ਰ ਦੇ ਵੀ ਸਾਰੇ ਸਿਸਟਮ ਨੂੰ ਕੀ ਕਰਦਾ ਹੋਵੇ, ਸਮਝਦਾ ਹੋਵੇ। ਕਿਉਂਕਿ ਗੱਲ ਦੋਨਾਂ ਪਾਸੇ ਚਲਾਉਣੀ ਹੈ ਨਾ। ਹਾਲੇਲੂਇਆ। ਵਿਚੋਲਾ ਕਿਹੜਾ ਕਾਮਯਾਬ ਹੁੰਦਾ? ਜਿਹੜੇ ਦੋਨਾਂ ਧਿਰਾਂ ਨੂੰ ਜਾਣਦਾ ਹੋਵੇ। ਜਿਹੜਾ ਨਹੀਂ ਜਾਣਦਾ ਹੁੰਦਾ ਬਾਅਦ ਚ ਉਹ ਵੀ ਸਿਰ ਤੇ ਹੱਥ ਮਾਰਦਾ, ਉਹ ਮੈਂ ਕਿੱਥੇ ਫਸ ਗਿਆ। ਇਹ ਝੂਠਾ ਮੋਟਾ ਇਹਨਾਂ ਨੇ ਕਈ ਕੁਝ ਕਹਿ ਕੋ ਦਿੱਤਾ ਸੀਗਾ। ਹਾਲੇਲੂਇਆ। ਕਈ ਤੁਹਾਡੇ ਚ ਫਸੇ ਹੋਣੇ ਵਿਚੋਲਿਆਂ ਦਾ ਕਰਕੇ। ਹਾਲੇਲੂਇਆ। ਹਾਲੇਲੂਇਆ। ਸੋ ਕਹਿ ਕੋ ਕੁਛ ਹੋਰ ਦਿੰਦੇ ਆ ਤੇ ਉਹ ਫਿਰ ਬਾਅਦ ਚ ਪਛਤਾਉਣਾ ਪੈਂਦਾ। ਪਰ ਇਹ ਜਿਹੜਾ ਮਨੁੱਖ ਆਪ ਮਨੁੱਖ ਆ ਨਾ, ਇਹਨੇ ਕੀ ਕੀਤਾ ਆ, ਸਾਡੀ ਵੀ ਸਹੀ ਕੰਡੀਸ਼ਨ ਪਿਤਾ ਨੂੰ ਤੋਂ ਬਿਆਨ ਕੀਤੀ ਆ ਤੇ ਪਿਤਾ ਕੋ ਵੀ ਸਮਝ ਕੇ ਵੀ ਕਿੱਦਾਂ ਇਹਨੂੰ ਇਹਦਾ ਛੁਟਕਾਰਾ ਹੋ ਸਕਦਾ ਆ। ਆਗਿਆ ਪਾ ਕੇ ਉਹਨੇ ਕੀ ਕੀਤਾ ਆ, ਦੁੱਖ ਉਠਾਇਆ ਤੇ ਸਾਡੀ ਮੁਕਤੀ ਦਾ ਕਾਰਨ ਬਣਿਆ। ਹਾਲੇਲੂਇਆ। ਪਹਿਲਾ ਯੋਹਨਾ 3:5। ਕੱਲ ਨੂੰ ਮਾਸਕ ਜ਼ਰੂਰ ਨਾਲ ਲੈ ਕੇ ਆਇਓ। ਹੁਣ ਇਦਾਂ ਦਾ ਧੂਆਂ ਧਮਾੜੇ ਘਰ ਹੁਣ ਇੱਥੇ ਰਹਿੰਦੇ ਆ, ਕੋਈ ਕਰ ਸਕਦੇ ਧੂਆਂ ਛੱਡ ਸਕਦੇ ਆ, ਤੇ ਇਸ ਲਈ ਫਿਰ ਸਹੀ ਰਹੂਗਾ। ਨਹੀਂ ਇਹ ਮੱਛਰਾਂ ਵਾਲੇ ਨੇ ਤੁਰਕਾ ਸੜਿਆ ਪਿਆ। ਹਾਂ ਤੁਸੀਂ ਤਾਂ ਤੁਹਾਨੂੰ ਜ਼ਿਆਦਾ ਸਮੈਲ ਦੀ ਜਾਣਕਾਰੀ ਆ ਜਾਓ। ਪਹਿਲਾ ਯੋਹਨਾ 3:5 ਹੈ। ਤੁਸੀਂ ਜਾਣਦੇ ਹੋ ਜੋ ਉਹ ਇਸ ਲਈ ਪ੍ਰਗਟ ਹੋਇਆ ਭਈ ਪਾਪਾਂ ਨੂੰ ਚੁੱਕ ਲੈ ਜਾਵੇ ਅਤੇ ਉਹਦੇ ਵਿੱਚ ਪਾਪ ਨਹੀਂ ਹੈ। ਹਾਂ, ਪਹਿਲੀ ਗੱਲ ਤਾਂ ਉਹ ਆਪ ਮਨੁੱਖ ਆ, ਸੰਪੂਰਨ ਮਨੁੱਖ ਮਸੀਹ ਆ। ਅੱਗੇ ਲਿਖੋ, ਕਿਉਂਕਿ ਉਸ ਦੇ ਸੁਭਾਅ ਵਿੱਚ ਪਾਪ ਨਹੀਂ ਹੈ। ਸਾਡੇ ਸੁਭਾਅ ਵਿੱਚ ਕੀ ਹੈ ਭਲਾ? ਪਾਪ ਹੈ, ਪਰ ਉਹਦੇ ਸੁਭਾਅ ਦੇ ਵਿੱਚ ਪਾਪ ਨਹੀਂ। ਲੂਕਾ 1:45 ਆਏ। जल्दी फिर लूका 1:45। हाँ। और तन है ओ हाँ। जिन प्रतीत कीती क्योंकि ਜਿਹੜੀਆਂ ਗੱਲਾਂ ਪ੍ਰਭੂ ਦੀ ਵੱਲੋਂ ਉਹਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ। ਹਾਂ, ਤਾਨਿਆ ਉਹ ਜਿਹਨੇ ਕੀ ਕਰ ਲਈ ਭਲਾ? ਪ੍ਰਤੀਤ ਕਰ ਲਈ। ਤੇ ਜੋ ਗੱਲਾਂ ਉਹਨੂੰ ਸੁਣਾਈਆਂ ਜਾਂਦੀਆਂ ਉਹਦੇ ਜੀਵਨ 'ਚ ਕੀ ਹੋ ਜਾਣਗੀਆਂ? ਪੂਰੀਆਂ ਹੋ ਜਾਣਗੀਆਂ। ਸਿੱਧਾ ਮਤਲਬ ਸਾਨੂੰ ਇਸ ਗੱਲ ਤੇ ਪ੍ਰਤੀਤ ਕਰਨੀ ਚਾਹੀਦੀ, ਸਾਨੂੰ ਜਿਹੜਾ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ ਵਿਚੋਲਾ ਹੈ ਨਾ, ਉਹ ਕੌਣ ਹੈ ਭਲਾ? ਪੂਰਾ ਮਨੁੱਖ ਹੈ। ਤੇ ਆਪ ਕੀ ਆ ਭਲਾ? ਪਰਮੇਸ਼ਰ ਹੈ। ਇਹ ਗੱਲ ਨੂੰ ਸਾਨੂੰ ਯਕੀਨ ਕਰਨਾ ਪੈਣਾ। ਪਹਿਲੀ ਗੱਲ ਉਹ ਕਿਹੜਾ ਮਨੁੱਖ ਆ? ਪੂਰਾ ਮਨੁੱਖ ਆ, ਸਿੱਧ ਮਨੁੱਖ ਆ। ਔਰ ਦੂਸਰਾ ਕੀ ਆ? ਉਹ ਸਾਨੂੰ ਸੰਪੂਰਨ ਪਰਮੇਸ਼ਰ ਆ। ਹਾਲੇਲੂਇਆ। ਪੂਰਾ ਮਨੁੱਖ ਆ, ਠੀਕ ਹੈ, ਜੋ ਆਪ ਪਰਮੇਸ਼ਰ ਆ ਔਰ ਉਹਦੇ ਸੁਭਾਅ ਦੇ ਵਿੱਚ ਪਾਪ ਹੈ ਨਹੀਂ। ਸੋ ਜਿਹੜਾ ਉਹਦੇ ਤੇ ਯਕੀਨ ਇਸ ਤਰੀਕੇ ਨਾਲ ਕਰੂਗਾ, ਉਹ ਕੀ ਕਰੂਗਾ? ਉਹਦੇ ਜੀਵਨ ਚੋਂ ਗੱਲਾਂ ਕੀ ਹੋ ਜਾਣਗੀਆਂ? ਦੇਖੋ, ਮਰੀਅਮ ਦੇ ਗਰਭ ਵਿੱਚ ਜੋ ਆਇਆ ਉਸ ਵਿੱਚ ਪਾਪ। ਯੋਹਨਾ 17:3, ਯੋਹਨਾ ਦੀ ਇੰਜੀਲ 17:3 ਆਏ। ਅਤੇ ਸਿਰਜੂਪਕ ਜੀਵਨ ਇਹ ਹੈ ਕਿ ਉਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ਰ ਹੈ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੈਂ ਘੱਲਿਆ ਜਾਣਨ। ਹਾਂ, ਹੁਣ ਸਦੀਪਕ ਜੀਵਨ ਕੀ ਆ? ਕਿ ਅਸੀਂ ਪਰਮੇਸ਼ਰ ਨੂੰ ਕੀ ਕਰਨਾ ਭਲਾ? ਜਾਣਨਾ। ਹਾਲੇਲੂਇਆ। ਸੋ ਜਾਣਨ ਦੇ ਲਈ ਅੱਜ ਜਦੋਂ ਗੱਲ ਲੋਕ ਜਿੱਧਰੋਂ ਮਰਜ਼ੀ ਨਿਕਲ ਕੇ ਆਉਂਦੇ ਰਹਿਣਗੇ, ਪਰ ਜਦੋਂ ਯਿਸੂ ਨੂੰ ਜਾਣਨ ਦੀ ਗੱਲ ਹੋਊਗੀ ਉਦੋਂ ਟਿਕਣਗੇ ਨਹੀਂ।
पर सानू की करना पैना है, जे जानांगे फिर ही सदीपक जीवन है, बाकी सब कुछ मिलूगा। ਉਹਦੇ ਲਈ भी प्रबंध करके खुदा ने की किया रखिया। संसार का कूड़ा जिन्ना मर्जी मंग लो, कूड़े का एक कंट्रैक्टर आ ठेकेदार, ਉਹਨੂੰ आग्या ਦਿੱਤੀ ਹੋਈ ਜਿਹਨੂੰ जिन्ना कूड़ा चाहिए की कर ले भला जी। हालेलुया। शैतान कूड़ा ढोण वाला है अपना। ਹਾਂਜੀ ਹਾਂਜੀ हालेलुया। कई के घर चो कढ़ के भी ओहे ले जाता है ते छड़ के भी कहने जाना है। हालेलुया हालेलुया। कढ़ के ले जाता मतलब कि उन्हें साबित करता भी आ सफाई पसंद ही है। हालेलुया। सो जेडे चाहते साडे घरां दे आले दुआले छप्पड़ होण, डड्डू चीची करन, फलाना ढेरियां ढोरियां होण, मक्खन मखीला होण, ते ओह की करदा फिर उत्थे बाकियां दा भी लिया के उत्थे सिट दिंदा। हालेलुया। इसलिए असीं देखना है जे सफाई पसंद है खुदा सानू शुद्ध करदा जाऊगा। जे दुनिया दे कूड़े दे विच मन रखदे आ ते कूड़े दा शैतान दे कोल घाटा नहीं। हालेलुया। आज संदूक नू इत्थे आपां पढ़िया बच्चे ने कोई फिर पढ़ लो फिर ताकि उन्हें समझिए। 17 ਅਤੇ ਸਦੀਪਕ ਜੀਵਨ ਇਹ ਹੈ। हाँ प्रभु यीशु मसीह प्रार्थना कर रहे हैं। यूहन्ना दी इंजील 17 ते है यीशु मसीह दी की है भला प्रार्थना। ਉਹਦੇ ਵਿੱਚ ਇੱਕ ਗੱਲ ਹੋ ਰਹੀ ਆ ਵੀ ਸਦੀਪਕ ਜੀਵਨ ਸਦੀਪਕ ਜੀਵਨ ਇਹ ਹੈ ਕਿ ਉਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ਰ ਜਿਹੜਾ ਸੱਚਾ ਤੇ ਵਾਹਿਦ ਪਰਮੇਸ਼ਰ ਆ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੈਅ ਕੱਲਿਆ ਜਾ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੈਅ ਕੱਲਿਆ ਉਸ ਨੂੰ ਕੀ ਕਰ ਲੈ ਭਲਾ ਜਾਣ ਲੈਣ। ਪਰਮੇਸ਼ਰ ਨੂੰ ਔਰ ਮਸੀਹ ਨੂੰ ਕੀ ਕਰ ਲੈਣ ਭਲਾ ਜਾਣ ਲੈਣ। ਇਹ ਅਨੰਤ ਜੀਵਨ। ਆਜੋ ਸੰਦੂਕ ਨੂੰ ਜਿੱਧਰੋਂ ਵੀ ਦੇਖੋ संदूक नू जिधरों भी देखो सोने कारण जेड़ा सोना लगा सोने कारण संपूर्ण ईश्वर तब ही दिखाई देता है। सोना लगा होने कारण की देता भला सारे का सारा जिधरों पासे इधरों देख लो सोना, इधरों देख लो सोना, इधरों इधरों जिधर मर्जी जाके देख लो सोना। संपूर्ण ईश्वर तब ही दिखाई देता है संदूक में जो देखते हैं। ये संदूक जेड़ा है ठीक है जी। पर असी उसके मनुखत्व नू भी जानना है। हालेलुया। कल ईश्वर तब नू जानन दे ना गल बननी नहीं, क्योंकि ਉਹਦਾ ਜਿਹੜਾ ਮਨੁੱਖਤਵ ਆ ਉਹ ਕਾਹਦੇ ਵਿੱਚ ਆ ਭਲਾ ਸੋਨੇ ਦੇ ਵਿੱਚ। ਈਸ਼ਵਰ ਤਬ ਦੇ ਵਿੱਚ ਖੁਦਾ ਨੇ ਇੱਕ ਮਨੁੱਖਤਵ ਨੂੰ ਰੱਖਿਆ। ਹਾਲੇਲੂਇਆ ਹਾਲੇਲੂਇਆ। ਨੰਬਰ 1 गल इत्थे बाबल दी लकड़ी जिहड़ी सड़दी नहीं उस गल नूं आपां देख रहे हैं, जिहड़ी सड़दी ठीक है। मरियम दे सामने शरीर विच खड़ा है। नंबर 2 थोमा ने उंगली पा के देखा है। वो कहंदा जदों तक मैं उहदे हत्थां विच सराखां विच उंगली ना पा लवां मैं यकीन करदा नहीं। मरियम के सामने कितना खड़ा है शरीर दे विच खड़ा। ते थोमा ने की कीता है उंगली पा के देखा है। नंबर 3 उसी प्रकार उठा लिया गया है लोकां दे देखदे हुए। ये जिहड़ी सुराख होए हाथी आ एक बॉडी उन्हें मिली पई आ इहदे विच ही की होया वो उठा लिया गया लोकां दे देखदे। इसलिए भक्ति का भेत गंभीर है। इसलिए भक्ति का भेद किया गंभीर है। संसार विच 2 व्यक्तित्व है ना। यीशु मसीह दे संसार विच कितने व्यक्तित्व है 2 व्यक्तित्व है। व्यक्ति एक ही है। व्यक्ति कितने भाई व्यक्तित्व कितने आ 2। पर्सनैलिटियां कितनी 2। मनुख कितने 1। हालेलुया।
व्यक्ति और व्यक्तित्व है ना। मैं एक व्यक्ति हाँ ना, और मेरा व्यक्तित्व तो भावे गया मेरे जरा बैन उठन चलन फिरन सोच विचार नूं लैके क्या जाता है, इहदा व्यक्तित्व किस प्रकार का। हालेलुया। सो मैं जिहड़ा व्यक्ति हाँ, मैनू जिहड़ा चला रहा आ वो मेरा व्यक्तित्व प्रगट करदा, या मेरा व्यक्तित्व मेरे खूबियां नूं या जो कुछ भी आ उन्होंने प्रगट करता है। हालेलुया। आ जाओ 2-3 गल्लां लिख के फिर आप प्रार्थना करते हैं, मेरे ख्याल थोड़ा ज़्यादा हो गया। ईश्वरत्व ने मनुष्यत्व नूं अपनाया है। गल देख लो किड्डी वड्डी है। इत्थे संदूक नूं जदों देखते हैं बाहरला पासा की आ, किहड़ी चीज़ नूं दिखाउण दिया सोना, ईश्वरत्व नूं, पर इहदे अंदर की मड़िया पिया आ, अंदर की पिया आ, मनुष्यत्व है ना। ईश्वरत्व ने किहनूं अपनाया होया है, मनुष्यत्व। जिहड़ी किक्कर दी लकड़ अंदर लगी हुई है वो मनुष्य नूं दिखाउंदी ना, मनुष्यत्व नूं। ते इहने ईश्वरत्व ने मनुष्यत्व नूं की कीता है, अपनाया होया है। हालेलुया। इस मनुष्यत्व दा एक आरंभ है। जिहड़े मनुष्यत्व नूं अपनाया आ, ये मनुष्यत्व दा की आ भला, एक आरंभ आ, पर इसका अंत नहीं है। जिहड़ा विच मनुष्यत्व आ गया ना, किक्कर दी लकड़ी जिहड़ी फिट हो गई आ, इहदी एक शुरुआत जरूर आ, पर इहदा अंत है नहीं गा। इसलिए अज भी महाजाजक दी सेवकाई साडे लई कर रहा है, क्योंकि जे उहदा मनुष्यत्व खत्म हो गया हुंदा ते फिर अज यीशु नूं कौन जानदा। अज भी वो महाजाजक जिहदा पुराने नेम दे विच अपनी जिम्मेदारी निभाउंदा सी, नवे नेम दे विच आत्मिक तौर ते साडी की निभा रहा है जिम्मेदारी। पुराने नेम दे विच महाजाजक सरीरक तौर ते जिम्मेदारी नूं निभाउंदा सी, पर इत्थे साडा महाजाजक जिहड़ा आ वो रूहानी तौर ते साडी जिम्मेदारी की कर रहा है। हाँ, इत्थे दा धरती ते रहिंदा महाजाजक साल च एक बारी जांदा सीगा, वो किदां चला गया भला, सदा काल दे लई, और बैठ किते गया आ, परमेश्वर दे सज्जे हत्थ। हालेलुया। साडे लई कर रहा, क्योंकि मनुष्यत्व दा अंत नहीं होया, है ना, क्योंकि मनुष्यत्व दा अंत नहीं होया। जी उठन वालियां चों पहला उठा है, फिर असीं भी होवांगे। यीशु मसीह जी उठन वालियां चों की है भला, उठा। अगले नंबर च कौन आने वाले हैं, असीं भी। जेकर इस संदूक वांगू असीं भी ओदे ईश्वरत्व दे विच अपने आप नूं की कर दईए, फिट कर दईए, या फिट होण लई दे दईए। हालेलुया। आओ प्रार्थना करते हैं। हाँ जी। लकड़ी दी सड़ियां तो मतलब कि पाप नहीं करदे जी, ਇਹ ਮਤਲਬ नहीं, लकड़ी सड़दी नहीं, मतलब कि ना वो गलदी गुलदी नहीं, कीड़ा भी ਉਹਨੂੰ ਕੀੜਾ ਕੂੜਾ ਲੱਗਦਾ ਨਹੀਂ। ਯਾਨੀ ਕਿ ਇਹ ਜਿਹੜੀ ਲੱਕੜੀ ਆ ਇਹ ਬਹੁਤ ਸਮਿਆਂ ਤੱਕ ਕੀ ਆ, ਇਹਨੂੰ ਕੁਝ ਵੀ ਹੁੰਦਾ ਨਹੀਂ। ਉਹ ਉਸ ਗੱਲ ਨੂੰ ਆਪਾਂ ਦੇਖ ਰਹੇ ਵਿੱਚ, ਹੈ ਨਾ, ਅਨੰਤ ਕਾਲ ਦੇ ਲਈ ਆ, ਹੈ ਨਾ। ਇਹ ਜਿਹੜਾ ਸੰਦੂਕ ਦੇ ਵਿੱਚ ਲੱਗੀ ਹੋਈ ਲੱਕੜ ਆ, ਇਹ ਕਿੰਨੇ ਟਾਈਮ ਦੇ ਲਈ ਆ ਭਲਾ, अनंत काल, क्योंकि ईश्वरत्व दे विच उहने अपने आप को की कर लिया, फिट कर लिया। असीं भी दुल्हन के रूप दे विच जदों उत्थे होना की हो जाना, फिट हो जाना। पर दुल्हन लई फिट होने लई इत्थे जिहड़ा संदूक आ, इहनूं किहड़ी लकड़ तो किन्ना उहनूं कट्टिया वड्डिया छिलिया गया, किन्ना उहदी वेस्टेज गई आ। ते साडे च भी वेस्ट बहुत ज्यादा जोड़ जाड़ के रखिया पिया, ये छिल होना आ, क्योंकि वचन च लिखिआ यीशु भी कट्टिया गया, रंधिया गया, है ना। इसी तरीके से भी कट रहा। सो आओ प्रार्थना करते हैं। खुदावन खुदा तेरी तारीफ धन्यवाद हो, आज अच्छे समय ਲਈ बैठ के ਜਦੋਂ तेरे वचन ते विचार होया प्रभु, मनन होया खुदा वचਨਾਂ ਦੇ ਦੁਆਰਾ ਸਾਡੇ ਨਾਲ ਗੱਲ ਕਰ ਰਹੇ ਆ, ਸਾਡੀ ਆਤਮਿਕ ਉਮਰ ਦੇ ਹਿਸਾਬ ਨਾਲ ਸਾਡੇ ਨਾਲ ਗੱਲਾਂ ਕਰਦਾ ਹੈ। ਧੰਨਵਾਦ। ਔਰ ਜਿੰਨੀ ਸਾਨੂੰ ਖੁਦਾਵੰ ਸਮਝ ਦੇ ਦਿੱਤੀ ਆ, ਸਮਝ ਗਏ ਆ, ਉਹਦੇ ਲਈ ਵੀ ਤੇਰਾ ਧੰਨਵਾਦ। ਅੱਗੇ ਵੀ ਇਹਨਾਂ ਪ੍ਰਕਾਸ਼ਨਾਂ ਨੂੰ ਹੋਰ ਖੋਲ ਕੇ ਦੇ ਦੇਣਾ, ਔਰ ਸਾਡੇ ਅੰਦਰ ਹੋਰ ਤੈਨੂੰ ਜਾਣਨ ਦੀ ਭੁੱਖ ਲੱਗ ਜਾਏ। ਵੱਡੀ ਕਿਰਪਾ ਕਰਨਾ प्रभु यीशु मसीह नाम दे विच आमीन। हुण साडे खुदावंद खुदा दा फजल, बाप दी मोहब्बत, पवित्र आत्मा दी पाक शाख होण तो लगे हमेशा हमेशा तक सब ईमानदार हम को सना होंदी रहे। आमीन। हालेलुया। हालेलुया।